ਰਾਜਾ ਉਹ ਖੇਤਾਂ ਦਾ ਜਿਸ ਦੀ ਅਣਖ ਤੇ ਹੈ ਮਾਣ ਸਾਨੂੰ। ਧਰਤੀ ਦੇ ਸੀਨੇ ਵਿੱਚੋਂ ਰਿਜਕ ਜੋ ਹੈ ਪੈਦਾ ਕਰਦਾ, ਉਸ ਦੀ ਅਣਥਕ ਮਿਹਨਤ ਤੇ ਹਰ ਵੇਲੇ ਹੈ ਗੁਮਾਨ ਸਾਨੂੰ। ਸਾਡਾ ਕਿਸਾਨ ਜੋ ਹਰ ਵੇਲੇ ਰੌਸ਼ਨ ਰਵੇ, ਆਬਾਦ ਰਵੇ। ਇਸੇ ਸੋਚ ਨਾਲ ਉਹਨਾਂ ਦੇ ਸਵਾਲਾਂ ਨਾਲ ਜੁੜਿਆ, ਉਸ ਦੀ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। PTC ਨਿਊਜ਼ ਦਾ ਇਹ ਖਾਸ ਉਪਰਾਲਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਲੈ ਹਾਜ਼ਰ ਹਾਂ ਮੈਂ, ਜਿਸ ਵਿੱਚ ਇਹ ਨੰਬਰ ਜੋ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ, ਇਸ ਉੱਤੇ ਤੁਸੀਂ ਮਿਸਡ ਕਾਲ ਕਰ ਦਿਓ ਜਾਂ WhatsApp ਕਰ ਦਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਦੌਰਾਨ ਜੋ ਵੀ ਤੁਹਾਨੂੰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਨੇ, ਉਸ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਮਾਹਿਰਾਂ ਵੱਲੋਂ ਉਸ ਦਾ ਜਵਾਬ ਦਿੱਤਾ ਜਾਂਦਾ ਹੈ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਤੇਲ ਬੀਜ ਦੀਆਂ ਫਸਲਾਂ। ਤੇ ਇਸ ਬਾਰੇ ਗੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਾਸ ਡਾਕਟਰ ਵਿਰਿੰਦਰ ਸਰਦਾਨਾ ਸਾਡੇ ਨਾਲ ਇੱਥੇ ਮੌਜੂਦ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਡਾਕਟਰ ਸਾਹਿਬ, ਪਹਿਲੇ ਤਾਂ ਆਮ ਤੌਰ 'ਤੇ ਜੇ ਪੁੱਛਿਆ ਜਾਵੇ ਕਿ ਤੇਲ ਬੀਜ ਦੀਆਂ ਜਿਹੜੀਆਂ ਫਸਲਾਂ ਨੇ ਉਹ ਕਿਹੜੀਆਂ ਨੇ ਤੇ ਉਹਨਾਂ ਦੀ ਪੈਦਾਵਾਰ ਹੁਣ ਕਿੱਥੇ ਖੜੀ ਹੈ? ਹਾਂ, ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਮਾਹਿਰਾਂ ਦੁਆਰਾ ਮੁਹੱਈਆ ਕਰਾਏ ਗਏ ਚੰਗੇ ਬੀਜ, ਵਧੀਆ ਤਕਨੀਕ ਤੇ ਕਿਸਾਨਾਂ ਦੀ ਮਿਹਨਤ ਸਦਕਾ ਸਾਡੇ ਅੰਨ ਭੰਡਾਰ ਅੱਜ ਭਰੇ ਪਏ ਨੇ। ਬਹੁਤ ਸਾਲਾਂ ਪਹਿਲਾਂ ਹੀ ਅਸੀਂ ਆਤਮ ਨਿਰਭਰ ਹੈ ਅੰਨ ਪੈਦਾ ਕਰਨ ਦੇ ਮਾਮਲੇ ਵਿੱਚ। ਜਿੱਥੋਂ ਤੱਕ ਦਾਲਾਂ ਦਾ ਸਵਾਲ ਹੈ, ਉਹਦੇ ਵਿੱਚ ਵੀ ਲਗਭਗ ਆਤਮ ਨਿਰਭਰ ਹੈ। ਹੁਣ ਹਾਲਤ ਇੱਥੋਂ ਤੱਕ ਇੰਨੀ ਸੁਚੱਜੀ ਹੈਗੀ ਕਿ ਅਸੀਂ ਝੋਨਾ ਜਿਹੜਾ ਹੈ ਬਾਹਰ ਨਿਰਯਾਤ ਵੀ ਕਰ ਰਹੇ ਹਾਂ। ਪਰ ਜਿੱਥੋਂ ਤੱਕ ਤੇਲ ਬੀਜ ਫਸਲਾਂ ਦਾ ਸਵਾਲ ਹੈ, ਸਥਿਤੀ ਬਿਲਕੁਲ ਉਲਟ ਹੈਗੀ। ਸਾਡੀ ਤਕਰੀਬਨ ਸਾਲ ਦੀ ਜਿਹੜੀ ਖਪਤ ਹੈ ਤੇਲ ਬੀਜ ਫਸਲਾਂ ਦੀ 240 ਲੱਖ ਟਨ ਹੈ। ਮਤਲਬ ਹਰ ਮਹੀਨੇ 20 ਲੱਖ ਟਨ ਤੇਲ ਦੀ ਅਸੀਂ ਖਪਤ ਕਰਦੇ ਹਾਂ ਖਾਣਾ ਬਣਾਉਣ ਲਈ, ਕੁਕਿੰਗ ਲਈ। ਤੇ ਸਾਡੀ ਜਿਹੜੀ ਪੈਦਾਵਾਰ ਹੈ ਉਹ ਤਕਰੀਬਨ 90 ਲੱਖ ਟਨ ਹੈ। ਇਸ ਦਾ ਮਤਲਬ ਇਹ ਹੈ ਵੀ 150 ਲੱਖ ਟਨ ਯਾਨੀ 60% ਤੋਂ ਵੀ ਜ਼ਿਆਦਾ ਜਿਹੜਾ ਤੇਲ ਹੈਗਾ ਅਸੀਂ ਦੂਸਰੇ ਮੁਲਕਾਂ ਤੋਂ ਆਯਾਤ ਕਰ ਰਹੇ ਹਾਂ। ਤੇ ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਸਾਡੇ ਦੇਸ਼ ਵਿੱਚ ਤੇਲ ਬੀਜ ਦੀ ਕਿੰਨੀ, ਖਾਣ ਵਾਲੇ ਤੇਲ ਦੀ ਕਿੰਨੀ ਘਾਟ ਹੈ ਤੇ ਇਹਨੂੰ ਵਧਾਉਣ ਲਈ ਦੀ ਕਿੰਨੀ ਲੋੜ ਹੈ। ਇਹਦੇ ਨਾਲ ਨਾਲ ਕਈ ਇਸ਼ੂ ਹੋਰ ਜੁੜ ਗਿਆ ਹੈ। ਜਿੱਥੇ ਤੱਕ ਕਣਕ ਝੋਨੇ ਦੇ ਫਸਲੀ ਚੱਕਰ ਦੀ ਜਿੰਨੀ ਵੀ ਸਮੱਸਿਆਵਾਂ ਹੈ, ਕਿਸਾਨ ਵੀਰ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ। ਆਪਾਂ ਇਸ ਗੱਲ ਤੇ ਮਾਣ ਨਹੀਂ ਕਰ ਸਕਦੇ ਕਿ ਅਸੀਂ 100 ਲੱਖ ਟਨ ਦੇ ਕਰੀਬ ਜਿਹੜਾ ਹੈ ਝੋਨਾ ਹੁਣ ਨਿਰਯਾਤ ਕਰ ਰਹੇ ਹਾਂ, ਕਿਉਂਕਿ ਜਿਹੜੇ ਅਰਥ ਸ਼ਾਸਤਰੀ ਹੈ, ਵਿਗਿਆਨਿਕ ਹੈ, ਉਹ ਮੰਨਦੇ ਆ ਅਸੀਂ ਝੋਨਾ ਨਹੀਂ ਨਿਰਯਾਤ ਕਰ ਰਹੇ, ਅਸੀਂ ਬਲੂ ਵਾਟਰ ਯਾਨੀ ਨਿਰਮਲ ਜਲ ਜਿਹੜਾ ਹੈਗਾ ਉਹ ਨਿਰਯਾਤ ਕਰ ਰਹੇ ਹਾਂ, ਤੇ ਜਿਹਦੇ ਲਈ ਅਸੀਂ ਆਪਸ ਵਿੱਚ ਲੜ ਵੀ ਰਹੇ ਹਾਂ। ਤੇ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ। ਕਣਕ ਝੋਨੇ ਨਾਲ ਬਹੁਤ ਸਾਰੀ ਸਮੱਸਿਆਵਾਂ ਪੈਦਾ ਹੋ ਰਹੀਆਂ। ਤੇਲ ਬੀਜ ਦੀ ਸਾਨੂੰ ਬਹੁਤ ਖਾਣ ਲਈ ਆਪਣੇ ਘਰ ਵਿੱਚ, ਆਪਣੇ ਦੇਸ਼ ਵਿੱਚ ਲੋੜ ਹੈ। ਇਸ ਕਰਕੇ ਇਹਦਾ ਉਤਪਾਦਨ ਵਧਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ। ਸਾਡੇ ਕੋਲੋਂ ਸਾਰੀ ਤਕਨੀਕ ਉਪਲਬਧ ਹੈ, ਸਿਰਫ ਹੁੰਗਾਰਾ ਭਰਨ ਦੀ ਲੋੜ ਹੈ। ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ, ਮੁੱਖ ਤੌਰ 'ਤੇ 7 ਤੇਲ ਬੀਜ ਫਸਲਾਂ ਨੇ, ਜਿਨ੍ਹਾਂ ਵਿੱਚੋਂ ਸਰੋਂ ਦੇ ਵਿੱਚ ਫਿਰ 7-8 ਫਸਲਾਂ ਨੇ। ਸਰੋਂ ਹੈਗੀ, ਮੂੰਗਫਲੀ ਹੈ, ਸੂਰਜਮੁਖੀ ਹੈ, ਸੋਇਆਬੀਨ ਹੈ, ਤਿਲ ਹੈ, ਰਾਮ ਤਿਲ ਹੈ। ਇਹ ਫਸਲਾਂ ਨੇ। ਤੇ ਇੱਕ ਸੈਫ ਫਲਾਵਰ ਜਿਹਨੂੰ ਕੁਸੁੰਬੜਾ ਕਹਿੰਦੇ ਆ, ਇਹਦਾ ਤੇਲ ਹੈ ਜਿਹਦਾ ਕਿ ਤੇਲ ਖਾਣ ਲਈ ਵਰਤਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਜਿਹੜੇ ਹੈਗੇ ਕੁਛ ਜਿਹੜੇ ਆਪਾਂ ਨਰਮੇ ਦੇ ਬੀਜ ਦਾ ਤੇਲ ਹੈਗਾ, ਮੱਕੀ ਦੇ ਬੀਜ ਦਾ ਤੇਲ ਹੈਗਾ, ਜਾਂ ਪਾਮ ਆਇਲ ਕਹਿੰਦੇ ਆ, ਉਹਦਾ ਤੇਲ ਵੀ ਖਾਣ ਲਈ ਵਰਤਿਆ ਜਾਂਦਾ ਹੈ। ਨਾਰੀਅਲ ਦਾ ਤੇਲ ਵੀ ਵਰਤਿਆ ਜਾਂਦਾ ਹੈ। ਮਤਲਬ ਇਹ ਸਾਰੀ ਫਸਲਾਂ ਹੋਣ ਦੇ ਬਾਵਜੂਦ ਵੀ ਇੰਨੀ ਜ਼ਿਆਦਾ ਘਾਟ ਹੈ। ਪੰਜਾਬ ਵਿੱਚ ਸਰੋਂ ਇੱਕ ਮੁੱਖ ਤੇਲ ਬੀਜ ਫਸਲ ਹੈ ਜਿਹਦੀ ਕਾਸ਼ਤ ਹਾੜੀ 'ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੂਸਰੇ ਨੰਬਰ 'ਤੇ ਸੂਰਜਮੁਖੀ ਦੀ ਫਸਲ ਹੈ, ਜਿਹਨੂੰ ਅਸੀਂ ਬਸੰਤ ਜਾਂ ਬਹਾਰ ਰੁੱਤ ਵਿੱਚ ਕਾਸ਼ਤ ਕਰ ਸਕਦੇ ਹਾਂ। ਤੇ ਤਿਲ ਤੇ ਮੂੰਗਫਲੀ 2 ਹੋਰ ਫਸਲਾਂ ਨੇ ਜਿਨ੍ਹਾਂ ਨੂੰ ਸਾਉਣੀ ਵਿੱਚ ਬੀਜਿਆ ਜਾਂਦਾ ਹੈਗਾ। ਤੇ ਡਾਕਟਰ ਸਾਹਿਬ, ਤੁਸੀਂ ਕਾਫੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਤੇ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੇਲ ਬੀਜ ਦੀਆਂ ਫਸਲਾਂ ਦੀ ਕਿੰਨੀ ਥੋੜ੍ਹ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ। ਤੇ ਜਿਵੇਂ ਮੈਂ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਸਵਾਲ ਜਿਹੜੇ ਨੇ ਉਹ ਅਸੀਂ ਲੈਣੇ ਨੇ ਇਸ ਟੌਪਿਕ ਦੇ ਮੁਤਲਕ। ਤੇ ਸਾਡੇ ਨਾਲ ਇੱਕ ਕਿਸਾਨ ਨੇ ਜੋ ਸਿੱਧਾ ਖੇਤਾਂ ਤੋਂ ਜੁੜ ਰਹੇ ਨੇ, ਪਹਿਲੇ ਉਹਨਾਂ ਦਾ ਸਵਾਲ ਜਾਣਦੇ ਹਾਂ ਜੀ। ਵੀ ਅਸੀਂ ਸਰੋਂ ਦਾ ਵੀ ਬੀਜਣਾ ਜੀ ਹਾਲੇ ਸਾਲ ਨੂੰ, ਕਿਹੜੀ ਕਿਸਮ ਦਾ, ਕਿਹੜੇ ਮਹੀਨੇ ਦੇ ਵਿੱਚ ਬੀਜਣਾ, ਸਾਨੂੰ ਇਹ ਦੱਸਿਆ ਜਾਵੇ। ਹਾਂ, ਸਰੋਂ ਮੈਂ ਜ਼ਿਕਰ ਕਰਨਾ ਚਾਹੂँਗਾ, ਇਹਦੇ ਵਿੱਚ ਕਈ ਫਸਲਾਂ ਆ ਜਾਂਦੀਆਂ ਨੇ, ਜਿੱਦਾਂ ਤੋਰੀਆ ਹੈ, ਰਾਇਆ ਹੈ, ਗੋਭੀ ਸਰੋਂ ਹੈ, ਅਫਰੀਕਨ ਸਰੋਂ ਹੈ ਤੇ ਤਾਰਾ ਮੀਰਾ ਹੈ।
ਰਾਇਆ ਜਿਹੜੀ ਤੋਰੀਆ ਹੈ ਉਹਦੀ ਬਿਜਾਈ ਥੋੜੀ ਪਹਿਲਾਂ ਹੋ ਜਾਂਦੀ ਹੈ ਤੇ ਸਤੰਬਰ ਦਾ ਮਹੀਨਾ ਜਿਹੜਾ ਹੈ ਇਹਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਹੈ। ਇਹ ਥੋੜੇ ਸਮੇਂ ਦੀ ਫਸਲ ਹੈ, 3 ਮਹੀਨੇ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਦਸੰਬਰ ਤੱਕ ਤੇ ਅਗਲੀ ਫਸਲ ਲੈ ਸਕਦੇ ਹਾਂ। ਬਾਕੀ ਜਿਹੜੀ ਫਸਲਾਂ ਨੇ ਰਾਇਆ ਹੈ, ਗੋਭੀ ਸਰੋਂ ਹੈ ਜਾਂ ਅਫਰੀਕਨ ਸਰੋਂ ਹੈ, ਇਹਦੀ ਬਿਜਾਈ ਅਕਤੂਬਰ ਦੇ ਅਸੀਂ ਦੂਸਰੇ ਹਫਤੇ ਤੋਂ ਲੈ ਕੇ ਅਕਤੂਬਰ ਦੇ ਅਖੀਰ ਤੱਕ ਕਰਨ ਦੀ ਸਿਫਾਰਿਸ਼ ਕਰਦੇ ਹਾਂ। ਨਵੰਬਰ ਤੱਕ ਕੀਤੀ ਜਾ ਸਕਦੀ ਹੈ ਪਰ ਅਕਤੂਬਰ 'ਚ ਬਿਜਾਈ ਕੀਤੀ ਜਾਵੇ ਤਾਂ ਹੀ ਅਸੀਂ ਪੂਰਾ ਝਾੜ ਲੈ ਸਕਦੇ ਹਾਂ। ਇਹਦਾ ਵੱਧ ਝਾੜ ਲਈ ਇਹਦੀ ਸਮੇਂ ਸਿਰ ਬਿਜਾਈ ਜ਼ਰੂਰੀ ਹੈਗੀ। ਤੇ ਡਾਕਟਰ ਸਾਹਿਬ ਇਸ ਦੇ ਨਾਲ ਇੱਕ ਕਾਲਰ ਨੇ ਜੋ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਕਰਪਾਲ ਸਿੰਘ ਜੀ, ਪਿੰਡ ਗੋੜਾ, ਤਹਿਸੀਲ ਮੁਕੇਰੀਆਂ। ਸਾਡੇ ਨਾਲ ਮਾਹਿਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਵਰਿੰਦਰ ਸਰਦਾਨਾ। ਤੁਸੀਂ ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ, ਹਾਂਜੀ, ਇੱਕ ਰਿਕੁਐਸਟ ਹੈ ਮੇਰੀ। ਹਾਂਜੀ, ਕਣਕ ਵੱਢਣ ਤੋਂ ਬਾਅਦ ਕਿਹੜੀ ਫਸਲ ਬੀਜੀ ਜਾਵੇ ਜਿਹਦਾ ਕਿ ਦਾਨ ਦੀ ਖੇਤੀ ਤੋਂ ਜ਼ਿਆਦਾ ਚੰਗਾ ਫਸਲ ਮਤਲਬ ਫਾਇਦਾ ਹੋਵੇ, ਚੰਗਾ ਨਫਾ ਮਿਲ ਸਕੇ? ਕਿਉਂਕਿ ਜ਼ਿਮੀਂਦਾਰਾਂ ਦੀ ਰੋਟੀ ਬਣ ਚੁੱਕੀ ਹੈ ਤੇ ਕਣਕ ਤੋਂ ਬਾਅਦ ਦਾਨ ਦੀ ਫਸਲ ਬੀਜਣੀ, ਇੱਕ ਤਾਂ ਪਾਣੀ ਜ਼ਿਆਦਾ ਲਾਇਆ ਜਾਂਦਾ ਹੈ, ਜ਼ਿਆਦਾ ਖਰਚ ਹੁੰਦਾ, ਉਹ 'ਚ ਖਰਚ ਵੀ ਜ਼ਿਆਦਾ ਆਉਂਦਾ ਹੈ। ਹਾਂਜੀ, ਉਹ ਫਸਲ ਦੱਸੋ ਜਿਹਦੇ ਨਾਲ ਖਰਚ ਵੀ ਘੱਟ ਆਵੇ ਤੇ ਮਤਲਬ ਨਫਾ ਵੀ ਜ਼ਿਆਦਾ ਹੋਵੇ। ਜਿੱਥੋਂ ਤੱਕ ਤੇਲ ਬੀਜ ਫਸਲ ਦਾ ਸਵਾਲ ਹੈ, ਕਣਕ ਤੋਂ ਬਾਅਦ ਮੂੰਗਫਲੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹਦੀ ਸਿਫਾਰਿਸ਼ ਅਸੀਂ ਕਰਦੇ ਹਾਂ ਕਿ ਅਪ੍ਰੈਲ ਦੇ ਅਖੀਰਲੇ ਹਫਤੇ ਤੋਂ ਲੈ ਕੇ ਮਈ ਦੇ ਪੂਰੇ ਮਹੀਨੇ ਤੱਕ ਇਹਦੀ ਬਿਜਾਈ ਕੀਤੀ ਜਾ ਸਕਦੀ ਹੈ। ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ ਪਰ ਇਸ ਵੇਲੇ ਵੱਧ ਤੋਂ ਜ਼ਿਆਦਾ ਝਾੜ ਮਿਲਦਾ ਹੈ, ਵੱਧ ਮਿਲਦਾ ਤੇ ਮਤਲਬ ਅੱਧ ਮਈ ਤੱਕ ਜੇ ਬੀਜ ਲੋਗੇ ਤਾਂ ਫਸਲ ਤੁਹਾਡੀ ਬਾਰਿਸ਼ਾਂ ਤੋਂ ਵੀ ਬਚੀ ਰਹੇਗੀ। ਇਹ ਤਕਰੀਬਨ 4 ਮਹੀਨੇ 'ਚ ਪੱਕ ਜਾਂਦੀ ਹੈਗੀ। ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹਦੀ ਇੱਕ ਕਿਸਮ SG99 ਦੀ ਸਿਫਾਰਿਸ਼ ਕੀਤੀ ਹੋਈ ਹੈ, ਜਿਹੜੀ ਤਕਰੀਬਨ 10-11 ਕੁਇੰਟਲ ਦਾ ਝਾੜ ਦੇ ਦਿੰਦੀ ਹੈ ਪ੍ਰਤੀ ਏਕੜ ਜੀ। ਇਹਦੀ ਕਾਸ਼ਤ ਕਰ ਸਕਦੇ ਹੋ। ਇਹਨੂੰ 1 ਜਾਂ ਵੱਧ ਤੋਂ ਵੱਧ 2 ਪਾਣੀ ਲੱਗਣੇ ਹੈਗੇ ਤੇ ਖਾਦ ਬਹੁਤ ਘੱਟ ਪੈਣੀ ਹੈ। ਇਹਦੇ 'ਚ ਸਿਰਫ 12-13 ਕਿਲੋ ਯੂਰੀਆ ਤੇ 1 ਬੋਰੀ ਸੁਪਰ ਤੇ 1 ਬੋਰੀ ਜਿਪਸਮ ਪਾਣੀ ਹੈ। ਤੁਸੀਂ ਡਾਕਟਰ ਸਾਹਿਬ ਇਹਦੀ ਆਊਟਪੁੱਟ ਕੀ ਹੈ ਕਿੱਲੇ ਦੀ? ਮੈਂ ਤੁਹਾਨੂੰ ਦੱਸਿਆ ਨਾ ਵੀ ਅਸੀਂ ਔਸਤ ਝਾੜ ਜਿਹੜਾ ਦੱਸਦੇ ਹਾਂ ਉਹ 10 ਤੋਂ 11 ਕੁਇੰਟਲ ਪ੍ਰਤੀ ਏਕੜ ਹੈ। ਠੀਕ ਹੈ, ਠੀਕ। ਹਾਂ, ਹਾਂਜੀ। ਔਰ ਕੋਈ ਫਸਲ ਨਹੀਂ ਹੈ ਇਸ ਤੋਂ ਇਲਾਵਾ? ਹੋਰ ਫਸਲ ਕੋਈ ਹੋਵੇ? ਇਸ ਤੋਂ ਇਲਾਵਾ ਜੁਲਾਈ 'ਚ ਫਿਰ ਤੁਸੀਂ ਤਿਲ ਬੀਜ ਸਕਦੇ ਹੋ। ਤਿਲ ਦਾ ਬਾਜ਼ਾਰ ਭਾਅ ਬਹੁਤ ਵਧੀਆ ਹੈਗਾ। ਇਹ ਤਕਰੀਬਨ 100-125 ਕਈ ਸਾਲ 150 ਰੁਪਏ ਕਿਲੋ ਤੱਕ ਵੀ ਵਿਕ ਜਾਂਦੇ ਆ। ਪਰ ਉਹਦੀ ਬਿਜਾਈ ਜਿਹੜੀ ਹੈ ਅੱਧ ਜੁਲਾਈ 'ਚ ਕਰੋ ਫਿਰ ਤੁਸੀਂ। ਹਾਂ, ਉਹ ਵੀ ਨਵੰਬਰ ਤੱਕ ਪੱਕ ਜਾਏਗੀ। ਉਸ ਤੋਂ ਬਾਅਦ ਫਿਰ ਤੁਸੀਂ ਕਣਕ ਲੈ ਸਕਦੇ ਹੋ। ਉਹਦੇ 'ਚ ਪਾਣੀ ਵੀ ਕੋਈ ਲਾਉਣ ਦੀ ਲੋੜ ਨਹੀਂ ਪੈਣੀ। ਉਦੋਂ ਤਕਰੀਬਨ ਬਾਰਿਸ਼ਾਂ ਹੁੰਦੀਆਂ, ਇੱਕ ਪਾਣੀ ਮੰਗਦੀ ਹੈ ਤੇ ਉਹਦੇ ਵਿੱਚ ਇਸ ਤੋਂ ਵੀ ਘੱਟ ਤੁਹਾਡੀ ਲਾਗਤ ਹੈਗੀ। ਤਕਰੀਬਨ ਜਿਹੜਾ ਹੈ ਸਿਰਫ 45 ਕਿਲੋ ਯੂਰੀਆ ਪਾਣੀ ਹੈਗੀ। ਹੋਰ ਸਾਫ ਸੁਥਰਾ ਬੀਜ ਕਿੱਥੋਂ ਮਿਲੇਗਾ? ਇਹ ਯੂਨੀਵਰਸਿਟੀ ਤੋਂ ਮਿਲ ਜਾਂਦਾ ਹੈ ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੈਂਟਰ, ਕ੍ਰਿਸ਼ੀ ਵਿਗਿਆਨ ਕੇਂਦਰ ਤੇ ਰਿਸਰਚ ਸੈਂਟਰ ਸਾਰੇ ਪੰਜਾਬ ਵਿੱਚ ਹੈ। ਲੁਧਿਆਣੇ ਵਿੱਚ ਵੀ ਹੈਗੀਆਂ ਸਾਡੀ ਦੁਕਾਨਾਂ ਜਿਹੜੀਆਂ। ਕਿੰਨਾ ਬੀਜ ਕਿੱਲੇ ਦਾ ਪਾਇਆ ਜਾਵੇ? 1 ਕਿਲੋ ਬੀਜ ਨਾਲ ਜਿਹੜਾ ਹੈ 1 ਕਿੱਲਾ ਤੁਸੀਂ ਬੀਜ ਸਕਦੇ ਹੋ ਜੀ। ਠੀਕ। ਕਿਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਲਾਈਨਾਂ 'ਚ ਬੀਜੋ, 30 ਸੈਂਟੀਮੀਟਰ ਲਾਈਨ ਤੋਂ ਲਾਈਨ ਦਾ ਫਾਸਲਾ ਰੱਖੋ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਇਸ ਸਵਾਲ ਦੇ ਲਈ ਤੁਹਾਡਾ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲਾਂ ਦਾ ਸਿਲਸਿਲਾ ਤੇ ਮਾਹਿਰਾਂ ਵੱਲੋਂ ਜਵਾਬਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ। ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਤੇਲ ਬੀਜ ਦੀਆਂ ਫਸਲਾਂ ਨੇ ਤੇ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਵਰਿੰਦਰ ਸਰਦਾਨਾ ਨੇ ਤੇ ਤੁਹਾਡੇ ਸਵਾਲਾਂ ਦੇ ਉਹ ਬਾਖੂਬੀ ਜਵਾਬ ਜਿਹੜੇ ਨੇ ਉਹ ਦੇ ਰਹੇ ਨੇ। ਤੇ ਡਾਕਟਰ ਸਾਹਿਬ, ਇਸ ਦੇ ਨਾਲ ਇੱਕ ਹੋਰ ਕਿਸਾਨ ਨੇ ਜੋ ਸਾਡੇ ਨਾਲ ਸਿੱਧਾ ਖੇਤਾਂ ਤੋਂ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਇਹ ਜੀ ਫਰੋਂ ਨੂੰ ਸੁੰਡੀ ਪੈ ਗਈ ਤੇ ਨਾਲ ਇਹਨੂੰ ਲੱਗ ਗਿਆ ਤੇਲਾ ਆ ਬੱਦਲਬਾਈ ਦਾ ਕਰਕੇ। ਇਹਦਾ ਹੁਣ ਕੀ ਹੱਲ ਹੋ ਸਕਦਾ? ਸਰੋਂ ਵਿੱਚ ਤੇਲਾ ਤੇ ਸੁੰਡੀ ਦੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ, ਇਹ ਜ਼ਿਆਦਾਤਰ ਮੌਸਮ ਤੇ ਨਿਰਭਰ ਕਰਦਾ ਹੈ ਤੇ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਜਨਵਰੀ ਦੇ ਮਹੀਨੇ ਤੇ ਇਹਨਾਂ ਦਾ ਆਕਰਮਣ ਸ਼ੁਰੂ ਹੁੰਦਾ ਹੈ ਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜਨਵਰੀ ਦੇ ਪਹਿਲੇ ਹਫਤੇ ਤੋਂ ਹੀ ਖੇਤ ਦਾ ਆਪਣਾ ਸਰਵੇਖਣ ਸ਼ੁਰੂ ਕਰ ਦਈਏ, ਫਸਲ ਦੀ ਹਾਲਤ ਦੇਖਦੇ ਰਹੀਏ ਤੇ ਸਪਰੇਅ ਲੋਡ ਪੈਣ ਤੇ ਹੀ ਕਰਨਾ ਹੈ। ਇਹਦੀਆਂ ਕੁਝ ਇੱਕ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਜਦੋਂ ਸਰੋਂ ਦੇ ਬੂਟੇ ਤੇ ਤੁਹਾਨੂੰ ਤੇਲਾ ਨਜ਼ਰ ਆਵੇ, ਖਾਸ ਕਰਕੇ ਜਿਹੜੀ ਉਹਦੀ ਮੁੱਖ ਸ਼ਾਖ ਹੈ ਉਹਦੀ ਉੱਪਰਲੀ 1 ਸੈਂਟੀਮੀਟਰ ਤੇ ਜਾਂ ਤਾਂ ਉਹ ਭਰੀ ਹੋਵੇ ਤੇਲੇ ਨਾਲ
ਤੇਲੇ ਦੀ ਪਛਾਣ ਤੁਸੀਂ ਸਾਰੇ ਕਰ ਸਕਦੇ ਹੋ। ਤੇ ਦੂਸਰਾ ਇਹ ਹੈ ਵੀ ਜਾਂ ਜਿਹੜੇ ਆ 50-60 ਤੇਲੇ ਇੱਕ ਮੁੱਖ ਸ਼ਾਖ ਤੇ ਦਿਸਣ, ਜਾਂ ਇਹ ਹੈ ਜੇ ਤੁਸੀਂ 100 ਬੂਟਿਆਂ ਦਾ ਸਰਵੇਖਣ ਕੀਤਾ ਉੱਥੇ ਤੁਹਾਨੂੰ ਤਕਰੀਬਨ 50% ਬੂਟਿਆਂ ਤੇ ਤੇਲਾ ਨਜ਼ਰ ਆਇਆ ਹੈ ਤਾਂ ਉੱਤੇ ਸਪਰੇਅ ਕਰਨਾ ਹੈ। ਜਿੱਥੋਂ ਤੱਕ ਸੁੰਡੀ ਦੀ ਗੱਲ ਹੈ, ਇਹਦੇ 2-3 ਤਰ੍ਹਾਂ ਦੀ ਸੁੰਡੀ ਆਉਂਦੀ ਹੈ। ਗੋਭੀ ਵਾਲੀ ਸੁੰਡੀ ਆਉਂਦੀ ਹੈ, ਆਰਾ ਵਾਲੀ ਮੱਖੀ ਵਾਲੀ ਸੁੰਡੀ ਹੈਗੀ ਇੱਕ। ਤੇ ਉਹ ਜਿਹੜੀ ਹੈ ਪਹਿਲਾਂ ਤੁਸੀਂ ਦੇਖੋ ਬਾਹਰਲੇ ਪਾਸੋਂ ਆਉਂਦੀ ਹੈ ਹਮੇਸ਼ਾ, ਪਹਿਲਾਂ 1 ਜਾਂ 2 ਬੂਟਿਆਂ ਤੇ ਹੋਏਗੀ। ਜੇ ਤੁਸੀਂ ਉੱਥੇ ਹੀ ਇਹਨੂੰ ਦੇਖ ਲਿਆ 1 ਜਾਂ 2 ਪੱਤਿਆਂ ਤੇ ਹੋਏਗੀ, ਉਹ ਪੱਤੇ ਪੁੱਟ ਕੇ ਜੇ ਮਿੱਟੀ 'ਚ ਨੱਪਤੇ ਤੁਸੀਂ ਨਸ਼ਟ ਕਰਤੇ, ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈ। ਸਪਰੇਅ ਤਾਂ ਕਰਨ ਦੀ ਲੋੜ ਪੈਂਦੀ ਹੈ ਜਦੋਂ ਉਹ ਅਸੀਂ ਅਣਗਹਿਲੀ ਕਰ ਜਾਂਦੇ ਹਾਂ। ਇਹ ਕਿਉਂਕਿ ਝੁੰਡਾਂ ਵਿੱਚ ਹੁੰਦੀਆਂ ਸੁੰਡੀਆਂ ਤੇ ਤੇਲਾ, ਫਿਰ ਇਹ ਸੁੰਡੀ ਸਾਰੇ ਖੇਤ ਵਿੱਚ ਫੈਲ ਜਾਂਦੀ ਹੈ, ਫਿਰ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਫਿਰ ਵੀ ਜਦੋਂ ਇਹੋ ਜਿਹੀ ਹਾਲਤ ਹੋ ਜਾਵੇ ਤਾਂ ਕਈ ਕੀਟਨਾਸ਼ਕ ਹੈਗੇ ਜਿਨ੍ਹਾਂ ਦੀ ਅਸੀਂ ਸਿਫਾਰਿਸ਼ ਕਰਦੇ ਹਾਂ। ਜਿਹੜੀ ਸਭ ਤੋਂ ਵਧੀਆ ਇਹਦੇ ਕੀਟਨਾਸ਼ਕ ਹੈ ਉਹ ਐਕਟਾਰਾ ਹੈਗੀ। ਐਕਟਾਰਾ 25WG ਜਿਹੜੀ ਹੈ 40 ਗ੍ਰਾਮ ਪ੍ਰਤੀ ਏਕੜ ਅਸੀਂ ਤਕਰੀਬਨ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਹੈ। ਐਕਟਾਰਾ ਨਾ ਮਿਲੇ ਤਾਂ ਇੱਕ ਮੈਟਾਸਿਸਟੋਕ ਹੈਗੀ 25EC ਤੇ ਜਾਂ ਫਿਰ ਰੋਗੋਰ 30EC ਜਿਹੜੀ ਹੈ, ਇਹਨਾਂ ਦਾ ਤਕਰੀਬਨ 400 ਮਿਲੀਲੀਟਰ ਪ੍ਰਤੀ ਏਕੜ ਤਕਰੀਬਨ ਉਹੀ 80 ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਕੇ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸੁੰਡੀ ਦੇ ਲਈ ਇਸ ਤੋਂ ਇਲਾਵਾ ਜਿਹੜੀ ਹੈ ਸੁੰਡੀ ਵੀ ਕੰਟਰੋਲ ਹੋ ਜਾਂਦੀ ਹੈ ਇਹਦੇ ਨਾਲ। ਇੱਕ ਈਕਾਲੈਕਸ ਹੈ 250 ml ਪ੍ਰਤੀ ਏਕੜ, ਉਹਦਾ ਸਪਰੇਅ ਕਰਕੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਦੁਬਾਰਾ ਫਿਰ ਇਹੋ ਜਿਹੇ ਹਾਲਾਤ ਬਣਨ ਤਾਂ ਇੱਕ ਸਪਰੇਅ ਹੋਰ ਕੀਤਾ ਜਾ ਸਕਦਾ ਹੈ। ਤੇ ਡਾਕਟਰ ਸਾਹਿਬ ਇਸ ਦੇ ਨਾਲ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਪੰਨੂ ਹੈ ਜੀ, ਦਸੂਹੇ ਹੁਸ਼ਿਆਰਪੁਰ ਤੋਂ ਜੀ। ਹਾਂਜੀ, ਆਪਣਾ ਸਵਾਲ ਪੁੱਛੋ, ਸਾਡੇ ਨਾਲ ਮਾਹਿਰ ਨੇ। ਸਵਾਲ ਡਾਕਟਰ ਸਾਹਿਬ ਜੀ ਸਾਡਾ ਇਹ ਹੈ ਕਿ ਪਿਛਲੇ ਸਾਲ ਆਪਾਂ ਸਰੋਂ ਬੀਜੀ ਸੀ ਜਿਹੜੀ ਘਿਰ ਗਈ, ਤੇ ਇਸ ਵਾਰ ਵੀ ਮੈਂ ਸਰੋਂ ਬੀਜੀ ਹੋਈ ਆ, ਤੇ ਦੱਸੋ ਡਾਕਟਰ ਸਾਹਿਬ ਅਸੀਂ ਉਸ ਨੂੰ ਕਿਸ ਤਰੀਕੇ ਨਾਲ ਵੱਢੀਏ ਕਿ ਜਿਹੜੀ ਉਹ ਘਿਰੇ ਨਾ, ਉਹਦੀ ਦੇਖਭਾਲ ਕਿੱਦਾਂ ਕੀਤੀ ਜਾ ਸਕੇ? ਹਾਂਜੀ, ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ ਵੀ ਰਾਇਆ ਤੇ ਅਫਰੀਕਨ ਸਰੋਂ ਦੇ ਤੁਲਨਾ ਵਿੱਚ ਇਹਨੂੰ ਥੋੜਾ ਨਰਮ ਹੀ ਵੱਢਣਾ ਪੈਂਦਾ ਹੈ, ਇਹਦੇ 'ਚ ਕਿਰਨ ਦੀ ਸਮੱਸਿਆ ਹੈਗੀ। ਤੇ ਇਹਦੀ ਨਿਸ਼ਾਨੀ ਇਹ ਹੈ ਵੀ ਤੁਸੀਂ ਦੇਖਿਆ ਹੋਣਾ ਜਿਹੜੀ ਇਹਦੀ ਮੁੱਖ ਸ਼ਾਖ ਹੈ ਉਹ ਪਹਿਲਾਂ ਪੱਕਦੀ ਹੈਗੀ। ਠੀਕ ਹੈ, ਉਹ ਜਦੋਂ ਪੱਕ ਜਾਵੇ ਤੇ ਬਾਕੀ ਫਲੀਆਂ ਵੀ ਰੰਗ ਬਦਲਣਾ ਸ਼ੁਰੂ ਕਰ ਦੇਣ ਥੋੜੀਆਂ, ਜਿਹਨੂੰ ਆਪਾਂ ਕਹਿੰਦੇ ਆ ਵੀ ਨਿੰਬੂ ਵਰਗੇ ਪੀਲੇ ਰੰਗ ਦੀਆਂ ਪੈਣੀਆਂ ਸ਼ੁਰੂ ਹੋ ਜਾਣ ਤੇ ਦਾਣੇ ਉਹਦੇ 'ਚ ਭਰ ਗਏ ਹੁੰਦੇ ਆ, ਉਸ ਮੌਕੇ ਤੇ ਉਸ ਸਟੇਜ ਤੇ ਤੁਸੀਂ ਜਿਹੜੀ ਹੈ ਇਹਦੀ ਵਾਢੀ ਕਰ ਲਓ। ਤੇ ਇਹਦੇ ਵਿੱਚ ਦੇਖਣ ਵਾਲੀ ਗੱਲ ਜਿਹੜੀ ਵਾਢੀ ਕਰਨੀ ਆ ਉਹ ਕੋਸ਼ਿਸ਼ ਕਰੋ ਸਵੇਰ ਦੇ ਟਾਈਮ ਕਰੋ, ਕਿਉਂਕਿ ਉਦੋਂ ਥੋੜੀ ਤਰੇਲ ਹੁੰਦੀ ਹੈ, ਫਲੀਆਂ ਕਾਫੀ ਨਰਮ ਹੁੰਦੀਆਂ ਤਾਂ ਉਹ ਝੜਦੀਆਂ ਨਹੀਂ, ਕਿਰਦਾ ਨਹੀਂ ਬੀਜ ਉਹਦੇ ਵਿੱਚੋਂ। ਤੇ ਇਸ ਚੀਜ਼ ਦਾ ਖਾਸ ਖਿਆਲ ਰੱਖੋ। ਉਸ ਤੋਂ ਬਾਅਦ ਲੇਕਿਨ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ, ਝਾੜਨਾ ਉਸ ਤੋਂ ਬਾਅਦ ਹੈ। ਚੰਗੀ ਤਰ੍ਹਾਂ ਸੁਕਾ ਕੇ ਫਿਰ ਝਾੜੋ। 4-5 ਦਿਨਾਂ ਵਿੱਚ ਤੁਸੀਂ ਦੇਖੋਗੇ ਇਹਦੇ ਬੀਜ ਜਿਹੜੇ ਹੈ ਬਿਲਕੁਲ ਕਾਲੇ ਤੁਹਾਨੂੰ ਹੋਏ ਦਿਖ ਜਾਣਗੇ, ਪੂਰਾ ਤੇਲ ਹੁੰਦਾ ਉਹਦੇ ਵਿੱਚ। ਬਸ ਇਹੀ ਖਿਆਲ ਰੱਖਣਾ ਹੈ ਜਿੱਥੋਂ ਤੱਕ ਹੋ ਸਕੇ ਇਹਦੀ ਸਵੇਰੇ ਵਾਢੀ ਕਰੋ, ਤੇ ਜਦੋਂ ਫਲੀਆਂ ਰੰਗ ਬਦਲਣਾ ਸ਼ੁਰੂ ਕਰ ਦੇਣ ਉਦੋਂ ਵਾਢੀ ਕਰ ਲਓ। ਇਹਨੂੰ ਜ਼ਿਆਦਾ ਪੱਕਣ ਨਾ ਦਿਓ ਫਲੀਆਂ ਨੂੰ ਕਿ ਬਿਲਕੁਲ ਭੂਰੀਆਂ ਹੋ ਜਾਣਗੀਆਂ। ਜੋ ਉਦੋਂ ਵੱਢੋਗੇ ਤਾਂ ਵੱਢਣ ਵਿੱਚ ਵੀ ਤੁਹਾਡੀ ਗੱਲ ਹੈ ਵੀ ਉਹ ਜਿਹੜੀ ਹੈ ਘਿਰ ਜਾਣਾ ਬਹੁਤ ਸਾਰਾ ਬੀਜ। ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਵਾਢੀ ਜਿਹੜੀ ਉਹ ਇੱਕ ਤੇ ਸਵੇਰ ਦੇ ਟਾਈਮ ਤੇ ਕਰੋ ਤੇ ਫਸਲ ਨੂੰ ਪੂਰੀ ਤਰ੍ਹਾਂ ਸੁਕਾ ਲਓ ਤੇ ਤੁਹਾਡੀ ਜਿਹੜੀ ਸਮੱਸਿਆ ਹੈ ਉਸ ਦਾ ਹੱਲ ਤੁਹਾਨੂੰ ਜਿਹੜਾ ਹੈ ਉਹ ਲੱਭ ਜਾਏਗਾ। ਇਸ ਦੇ ਨਾਲ ਹੀ ਇੱਕ ਛੋਟੇ ਜਿਹੇ ਬ੍ਰੇਕ ਤੇ ਹੋਰ ਅਸੀਂ ਜਾਣਾ ਚਾਹਾਂਗੇ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ। ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ। ਤੇ ਹੁਣ ਸੋਨਾਲੀਕਾ ਵੱਲੋਂ ਜੋ CSR ਇਨੀਸ਼ੀਏਟਿਵ ਲਿੱਤੇ ਜਾ ਰਹੇ ਨੇ ਕਿਸਾਨਾਂ ਦੀ ਭਲਾਈ ਲਈ, ਆਓ ਉਸ ਤੇ ਵੀ ਇੱਕ ਨਜ਼ਰ ਪਾਉਂਦੇ ਹਾਂ। मैं पंडित ब्रह्मपाल गांव चसमाना जिला का करने वाला हूं। पहले हमारे किसानों को, भाइयों को, हमारे को भी पहले पराली जलानी पड़ती थी। इससे
पर्यावरण दूषित होता था, धुआं ही धुआं चारों तरफ होता था। जब से मैं सुमित और सोनालिका से जुड़ा हूँ, इसने हमारे को हैप्पी सीडर, SMS और जीरो ड्रिल दिया है। अब हमारे किसान भाइयों को या हमारे को भी ये पराली जलाना नहीं पड़ता, जिससे वातावरण भी शुद्ध रहता है और हमारी ज़मीन भी उपजाऊ होती है। मैं लगभग 15 साल से खेती करता हूँ। पहले उपयुक्त साधन न होने के कारण हमें पराली जलानी पड़ती थी, और अब लगभग 1 साल से सुमित और सोनालिका कंपनी से जब से हम जुड़े हैं, उन्होंने SMS, जीरो ड्रिल और हैप्पी सीडर मशीनें दी है, जिसके कारण हमारे खेतों की पैदावार बहुत बढ़ी है और पर्यावरण भी दूषित होने से बच गया। जब से हमारे पास सीमेंट और उसके बाद सोनालिका कंपनी आई है, उन्होंने हमारे को जो इम्प्लीमेंट प्रोवाइड करे हैं, एक SMS है, हैप्पी सीडर है और सिंपल जीरो ड्रिल है। तब से हम लोगों को आग लगाने की जरूरत नहीं है और हमारी खेती में मुनाफा ज़्यादा है और लागत कम है। मेरे किसान भाइयों से अपील है, प्रण लें, ना तो पराली को जलाएंगे और ना ही जलाने देंगे, और सीमेंट और सोनालिका से जुड़िए और इसका ज़्यादा लाभ उठाइए। मैं सन 1995 से खेती में हूँ। पहले इतने साधन न होने की वजह से हम खेत के अवशेष को जलाते थे। जब से सीमेंट और सोनालिका ने हमें हैप्पी सीडर, SMS दिए हैं, तब से हमने पराली अवशेष को जलाना बंद कर दिया। इससे हमें बहुत फायदा हुआ है, इससे वातावरण दूषित होने से बचा है। मैं लगभग 30 साल से खेती करता हूँ। पहले हम पराली जलाकर खेती किया करते थे, उसमें लगभग 3000 रुपये खर्चा है, और जब से ये हैप्पी सीड आई है, मैं 2 साल से लगातार इसको अपना रहा हूँ। इसमें एक तो खर्चा कम होता है और उपज और इसकी बालियाँ बहुत ज़्यादा होती है। मैं सबसे अपील करता हूँ, आप भी हैप्पी सीड और इसको सोनालिका को अपनाओ और इसके ज़्यादा फायदा उठाओ। मैं आपको हैप्पी सीडर के बारे में कुछ बताना चाहूँगा, इसके फ़ायदे। देखो, इससे मतलब एक तो डीजल की बचत होती है, और जो हैप्पी सीडर से बिजाई करके पानी की बचत होती है, और बिना हम मतलब आग लगाए इसके साथ गेहूं की सीधी बिजाई कर सकते हैं, और जिससे कि हमारे जो सहायक तत्व, मिट्टी के सहायक तत्व हैं, उनमें बरकरार रहते हैं, और इससे मतलब आग भी नहीं लगानी पड़ती। इससे हमारे वातावरण जो दूषित नहीं होता, और इसके साथ बिजाई की गई है, इसमें मतलब नाइट्रोजन की भी कम मात्रा में डालनी पड़ती है। मैं सुमित और सोनालिका कंपनी का तहे दिल से धन्यवाद करता हूं, जिसने हमें मशीनें देकर हमारे को लाभ पहुंचाया और वातावरण को दूषित होने से बचाया है। हम सोनालिका और सीमेंट का तहे दिल से शुक्रिया अदा करते हैं। मेरी तरफ से सोनालिका को बहुत बहुत धन्यवाद। अंत में मैं सोनालिका और सीमेंट का तहे दिल से धन्यवाद करता हूँ। धन्यवाद। ਇਸ ਦੇ ਨਾਲ ਹੀ ਸਾਡੇ ਨਾਲ ਸੋਨਾਲਿਕਾ ਗਰੁੱਪ ਤੋਂ ਡਾਇਰੈਕਟਰ CSR ਸੁਰਭੀ ਮਿੱਤਲ ਜੁੜ ਰਹੇ ਨੇ, ਜੋ ਦੱਸ ਰਹੇ ਨੇ ਕਿ ਸੋਨਾਲਿਕਾ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਿਹੜੇ-ਕਿਹੜੇ CSR ਇਨੀਸ਼ੀਏਟਿਵ ਲਿੱਤੇ ਜਾ ਰਹੇ ਨੇ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸੋਨਾਲਿਕਾ CSR ਡਾਇਰੈਕਟਰ ਸੁਰਭੀ ਮਿੱਤਲ ਜੀ। मिलवाने दर्शकों को मैं बहुत बहुत स्वागत है PTC न्यूज़ पे। सबसे पहला सवाल ये है कि सोनालिका CSR क्या है? सोनालिका CSR की बात की जाए तो सोनालिका परिवार जो मेरे मानने में आज से 15 साल पहले से ही इन प्रिंसिपल्स पे काम करता आ रहा है। हमारा बहुत ही सिंपल, बहुत ही सरल उद्देश्य है। हम ये नहीं चाहते कि हम सिर्फ आर्थिक रूप में लोगों की सहायता करें। हमारा ये मानना है कि हम लोगों की सफलता का साथी बन सके। और स्वच्छ भारत जैसे आज एक मूवमेंट बन चुका है, पर सही मायने में अगर आप मुझसे पूछे तो होशियारपुर में इसकी शुरुआत आज से 10 साल पहले हो चुकी थी। एक छोटा सा किस्सा है जो MD सर ने एक बार मुझसे शेयर किया था, मैं आपको बताना चाहूँगी कि आज से 10-12 साल पहले MD सर जब फैक्ट्री से घर की ओर निकल रहे थे तो उन्होंने रास्ते में बहुत कूड़ा करका सब देखा और वो गंदगी देख के उनको अच्छा नहीं लगा और उन्होंने सोचा कि इस पे मुझे कुछ काम करना चाहिए। तो जो लॉजिकल स्टेप था, हमने MCD को कांटेक्ट किया
तो उनसे बातचीत करके पता चला कि जो ट्रक्स जो सारा कूड़ा करका उठाते हैं उनमें बहुत टेक्निकल डिफेक्ट्स थे, जिसकी वजह से ट्रक्स चल नहीं पा रहे थे। तो फिर हमने अपनी तरफ से फैक्ट्री की तरफ से टेक्नीशियंस को भेजा, उन डिफेक्ट्स को ठीक किया। पर 2-4 दिन निकल गए और फिर भी इसमें कुछ आगे काम नहीं हो पाया। तो वापस एमसीडी से पता किया गया कि अब क्यों नहीं हो रहा। तो उन्होंने बताया कि अब ड्राइवर नहीं है, क्योंकि कभी त्यौहार हो जाते हैं, कभी हड़ताल हो जाती है। तो फिर हमने फिर से कोशिश करके फिर ड्राइवर्स भी वहाँ पर नियुक्त कर लिए और धीरे धीरे ही करते करते पूरा जो शहर है साफ़ सुथरा और सुंदर होने लगा। मेरा ये बात बताने का माध्यम ये है बेसिकली कि हमारे लिए ये महत्वपूर्ण नहीं है कि कोई काम छोटा है या बड़ा है। हम जिस चीज़ काम का भी ज़िम्मा उठाते हैं, हमारी कोशिश यही होती है कि उसको पूरी सफलता से उसको पूरा ख़त्म करके दिखाएं। एक सवाल ये भी है कि इंडिया का बहुत बड़ा क्षेत्र रूरल इंडिया जो है उसमें CSR की ओर से क्या कुछ किया जा रहा है? क्योंकि अवेयरनेस की बात की जाए, फार्मर्स के टेक्निकल पॉइंट ऑफ व्यू से बात की जाए, रूरल इंडिया के ऊपर क्या कुछ किया जा रहा है? जी, हमारी जो सोच जो हम यहाँ सिटीज़ में रखते हैं, हम इसमें कोई डिवाइड नहीं करते हैं कि ये सिटी का है और ये रूरल इंडिया है। जो हमारी कोशिश होती है कि हम पैन इंडिया, समस्त भारत में ये सारे जो प्रोजेक्ट्स हम करते हैं उनको आगे बढ़ाएं। चाहे वो जैसे अभी हाल ही में हमने रंगवासा गांव में गायनेकोलॉजिकल हेल्थ एंड चाइल्ड फैसिलिटी वहाँ सेटअप करी, उनकी समस्या प्रॉब्लम जो है उसको सॉल्व करने के लिए, या दतौड़ा में स्टॉप डैम सेटअप किया। आजकल पुणे में एक आंगनवाड़ी सेटअप की जा रही है। ये सब चीज़ें तो साथ में चलती रहती हैं, पर जो मैं मानती हूँ कि आज जो सबसे महत्वपूर्ण दिशा है जिसमें सिर्फ रूरल इंडिया ही नहीं समस्त भारत में जो प्रॉब्लम आ रही है वो है स्टबल बर्निंग की, जो प्रदूषण की है। आजकल हमारा काफ़ी समय हम उस पर डिवोट कर रहे हैं उसको सॉल्व करने के लिए, और मुझे बहुत खुशी है कि हमने एक सोल्यूशन भी उसमें ढूंढा है जिसकी तरफ हम काम कर रहे हैं। मैम, जो किसान सुन रहे हैं उनको क्या कहना चाहेंगे, ख़ास तौर पर जो स्टबल बर्निंग है, क्योंकि इस समय सबसे बड़ी समस्या बनी हुई है? मैं आप सब लोगों से यही कहना चाहूँगी, सब किसानों से, कि हम आपकी समस्या समझते हैं। हमने 25 गाँव में इतने सारे किसानों के साथ काम किया है और उन्होंने खुद देखा है कि इस चीज़ का सल्यूशन है। तो अगर आप इन उपकरण, इन मशीनों का यूज़ करते हैं तो आपको स्टबल बर्निंग करने की कोई ज़रूरत नहीं है। इससे ना कि आप एक समाज सेवा करेंगे कि प्रदूषण को कम करने में हमारी मदद करेंगे, साथ ही आपकी भी मदद होगी, क्योंकि ये जो मशीनें हैं ये आपके लिए भी बहुत बेनिफिट देंगी। ये आपकी जो हार्वेस्ट है वो बेटर होएगी, फर्टिलाइज़र का काम करेगी, आपका समय कम करेगी। सोनालिका CSR डायरैक्टर ਜਿਹੜੇ ਨੇ ਸੁਰਭੀ ਮਿੱਤਲ ਜੀ, ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਸਟਬਲ ਬਰਨਿੰਗ ਨਾ ਕੀਤੀ ਜਾਏ। ਕਿਸਾਨ ਜਿਹੜੇ ਸਟਬਲ ਬਰਨਿੰਗ ਕਰਦੇ ਨੇ, ਪੋਲਿਊਸ਼ਨ ਵੱਧ ਰਿਹਾ, ਕਿਸੇ ਤਰੀਕੇ ਇਸ 'ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ। ਹਾਲ ਹੀ ਵਿੱਚ 25 ਪਿੰਡ ਜਿਹੜੇ ਨੇ ਉਹ ਅਡੋਪਟ ਕੀਤੇ ਗਏ ਔਰ 0% ਸਟਬਲ ਬਰਨਿੰਗ ਉਸ 25 ਪਿੰਡਾਂ ਦੇ ਵਿੱਚ ਕਰ ਦਿੱਤੀ ਗਈ ਹੈ। ਕੋਈ ਵੀ ਕਿਸਾਨ ਜਿਹੜਾ ਉੱਥੇ ਬਚੀ ਹੋਈ ਫਸਲ ਨੂੰ, ਬਚੀ ਹੋਈ ਨਾੜ ਨੂੰ ਜਿਹੜਾ ਉਹ ਅੱਗ ਨਹੀਂ ਲਗਾਉਂਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਸੋਨਾਲਿਕਾ CSR ਵੱਲੋਂ, ਜਿਸ ਤਰ੍ਹਾਂ ਮੈਮ ਨੇ ਦੱਸਿਆ, ਕਿ ਵੱਡੇ ਪੱਧਰ 'ਤੇ ਜਿਹੜਾ ਇਹ ਕੰਮ, ਇਸ ਮੁਹਿੰਮ ਨੂੰ ਸ਼ੁਰੂ ਕੀਤਾ ਜਾਏਗਾ। ਹੋਰ 25 ਪਿੰਡ ਜਿਹੜੇ ਨੇ ਉਹ ਅਡੋਪਟ ਕੀਤੇ ਜਾਣਗੇ। ਕੈਮਰਾ ਪਰਸਨ ਸ਼ਸ਼ੀ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਅੱਜ ਦੇ ਸੋਨਾਲਿਕਾ ਕਿਸਾਨ ਹੈਲਪਲਾਈਨ ਸ਼ੋਅ ਵਿੱਚ ਇੰਨਾ ਹੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਦਾ ਹੈ, ਇਸ ਲਈ ਆਪਣਾ ਫੀਡਬੈਕ ਜ਼ਰੂਰ ਭੇਜਿਓ। ਤੇ ਨਾਲ ਹੀ ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਫਲੈਸ਼ ਹੋ ਰਿਹਾ ਨਾ, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਦੌਰਾਨ ਜੋ ਵੀ ਤੁਹਾਨੂੰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਨੇ ਉਸ ਨਾਲ ਜੁੜੇ ਹੋਏ ਸਵਾਲ ਤੁਹਾਡੇ ਤੋਂ ਜਾਣੇਗੀ ਅਤੇ ਮਾਹਿਰਾਂ ਵੱਲੋਂ ਉਸ ਦਾ ਜਵਾਬ ਦਿੱਤਾ ਜਾਏਗਾ। ਅਗਲੇ ਹਫਤੇ ਦਾ ਵਿਸ਼ਾ ਹੈ ਨਰਮੇ ਦੀ ਫਸਲ। ਫਿਰ ਹੋਵੇਗੀ ਮੁਲਾਕਾਤ। ਰੱਬ ਰਾਖਾ।